कभी सूखे की मार, कभी तेज बारिश जो किसानों की फसल को अपनी चपेट में ले लेती है। और इस बार ज्यादा बारिश और ज्यादा गर्मी ने किसानों के धान की फसल का कद छोटा कर दिया, जिसके कारण पठानकोट में करीब 600 से 700 एकड़ जमीन पर लगाई धान की फसल प्रभावित हुई है, जिसके चलते किसानों द्वारा अपने इस धान की फसल को अपने हाथों से हल चलाया जा रहा है। ऐसा ही कुछ देखने को मिला विधानसभा हल्का भुआ के गांव में, जहां पर किसानों द्वारा करीब 5 एकड़ धान की फसल पर हल चलाया गया, क्योंकि ये फसल मौसम की मार के कारण बोनी रह गई है। और यही नहीं, इसके पत्ते भी पीले होने के कारण धान की फसल का सही पैदावार न मिलने के कारण किसानों ने खुद अपने हाथों से धान की फसल पर ट्रैक्टर चला दिए। इस बारे में जब किसानों से बात की गई तो उन्होंने कहा कि धान की फसल पर इस बार मौसम की बहुत मार पड़ी है। पठानकोट में ज्यादातर धान की फसल बोनी रह गई है या फिर उसके पत्ते पीले हो गए हैं, जिस कारण किसानों को अपने हाथों से इस धान की फसल को बर्बाद करना पड़ रहा है, जिसके चलते किसानों ने सरकार से मुआवजे की मांग की है। मेरा नाम राम सिंह है जी। पिंड आमा गुजरा जी। की गलबात हुई? गलबात इदां जी, असीं 8 किले झोना लाया 121 ਤੇ ਸ਼ੁਰੂ ਤੋਂ ਤੇ ਠੀਕ ਚੱਲਿਆ। ਹੁਣ ਆਣ ਕੇ ਉਹਨੂੰ ਬੂਟੇ ਛੋਟੇ ਰਹਿ ਗਏ ਆ। ਛੋਟਿਆਂ ਦੇ ਵਿੱਚ 10-15 ਦਿਨਾਂ ਦੇ ਵਿੱਚ ਹੀ ਸਾਰਾ ਝੋਨਾ ਜਿਹੜਾ ਪੀਲਾ ਹੋ ਗਿਆ ਤੇ ਮਤਲਬ 7-8 ਕਿੱਲੇ ਦੇ ਵਿੱਚੋਂ 4-5 ਕਿੱਲੇ ਝੋਨਾ ਜਿਹੜਾ ਸਾਡਾ ਵਾਹਣ ਦੇ 70% ਖਰਾਬ ਹੋ ਗਿਆ ਜੀ। ਕਿਸਾਨੀ ਵਿਭਾਗ ਨਾਲ ਤੁਸੀਂ ਕੋਈ ਸੰਪਰਕ? ਸਾਰਿਆਂ ਨੇ ਕੀਤਾ ਜੀ, ਕਿਸੇ ਨੇ ਕੋਈ ਦਵਾਈਆਂ ਪਾਓ ਐ ਕਹੋ, ਪਰ ਉਹਦਾ ਕੋਈ ਫਰਕ ਨਹੀਂ ਪਿਆ। ਬਿਲਕੁਲ ਝੋਨਾ ਜਿਹੜਾ ਦਿਨੋਂ ਦਿਨ ਪਿੱਛੇ ਨੂੰ ਜਾ ਰਿਹਾ। ਇਹ ਜਿਹੜੀ ਬਿਮਾਰੀ ਲੱਗੀ ਇਹਦੇ ਨਾਲ ਕੀ ਨੁਕਸਾਨ, ਕੀ ਝੋਨੇ ਨੂੰ ਕਿਵੇਂ ਨੁਕਸਾਨ ਹੋ ਜਾਂਦਾ? ਵੇਖੋ ਜੀ, ਬਿਮਾਰੀ ਲੱਗਣ ਨਾਲ ਬੂਟੇ ਜਿਹੜੇ ਆ ਛੋਟੇ ਰਹਿ ਗਏ ਆ, ਥੱਲੇ ਜ਼ਮੀਨ ਵੱਲ ਨੂੰ ਜਾਂਦੇ ਆ। ਬਾਕੀ ਜਿਹੜੇ ਆ ਉਹ ਪੀਲੇ ਹੋ ਗਏ। ਪੀਲਾ ਹੋਣ ਕਰਕੇ ਜਿਹੜਾ ਝੋਨਾ ਜਿਹੜਾ ਨਿਸਰਨਾ ਨਹੀਂ ਹੈਗਾ, ਤੇ ਜਦੋਂ ਨਿਸਰੇਗਾ ਨਹੀਂ ਤੇ ਉਹਦੇ ਨਾਲ ਕਾਲੋਂ ਆਏਗੀ। ਜੇ ਕੋਈ ਥੋੜਾ ਬਹੁਤਾ ਬਚਦਾ, ਜੇ ਅਸੀਂ ਮੰਡੀਆਂ 'ਚ ਜਾਵਾਂਗੇ ਉੱਥੇ ਵੀ 200 ਰੁਪਇਆ ਉਹਨਾਂ ਨੇ ਕੱਟ ਲਾਉਣਾ। ਮਤਲਬ ਕਿ ਜੇ ਬਚਦਾ ਵੀ ਹੈ ਤਾਂ ਉੱਤੇ ਵੀ 200 ਰੁਪਇਆ ਸਾਡਾ ਕੱਟ ਲੱਗੂਗਾ, ਕਿਉਂਕਿ ਕਾਲੋਂ ਪੈ ਨਹੀਂ। ਕਾਲੋਂ ਪੈਣ ਕਰਕੇ ਆੜ੍ਹਤੀਆਂ ਨੂੰ ਸਾਰਿਆਂ ਨੂੰ ਇਹ ਚੀਜ਼ ਦਾ ਮਿਲ ਜਾਣਾ ਕਿ ਸਾਡੇ ਕਾਲੋਂ ਆ, ਤੇ ਉੱਥੇ ਵੀ ਸਾਡਾ ਕੱਟ, ਉੱਥੇ ਵੀ ਨੁਕਸਾਨ ਹੋਣਾ ਜੀ ਸਾਡਾ। ਕੀ ਮੰਗ ਕਰਦੇ ਹੋ? ਮੰਗ ਇਹ ਕਿ ਸਰਕਾਰ ਮੁਆਵਜ਼ਾ ਜਿਹੜਾ ਵਾ ਜ਼ਿਮੀਂਦਾਰਾਂ ਦੀ ਗਰਦੋਰੀ ਕਰਵਾ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲੇ ਤੇ ਥੋੜੀ ਜਿਹੀ ਸਹਾਇਤਾ ਹੋ ਜੇ ਜ਼ਿਮੀਂਦਾਰਾਂ ਦਾ, ਜਿਹੜਾ ਗਾਂ ਆਉਣ ਵਾਲੀ ਫਸਲ ਆ ਉਹ ਬੀਜਣ ਦੀ ਕੋਈ ਤਿਆਰੀ ਕਰ ਲੈਣਗੇ। ਹਾਂਜੀ। ਕੀ ਨਾਮ ਕੀ ਹੈ? ਮੈਂ ਰਣਜੀਤ ਸਿੰਘ, ਪਿੰਡ ਕਿਹੜਾ? ਪਿੰਡ ਆਮਾ ਗੁਜਰਾ ਜੀ। ਕੀ ਗੱਲਬਾਤ ਹੋਈ? ਸਰ ਸਾਡਾ 7 ਕਿੱਲੇ ਝੋਨਾ ਲਾਇਆ ਸੀ 11-21 ਤੇ 7 ਦਾ 7 ਹੀ ਜਿਹੜਾ ਆ 75% 121। ਹਾਂਜੀ, ਤੇ ਉਹ 7 ਕਿੱਲੇ ਹੀ ਖਤਮ ਹੋ ਗਿਆ ਜੀ। ਤੇ ਇਦਾਂ ਹੀ ਸਾਡੇ ਏਰੀਏ ਵਿੱਚ 700-800 ਕਿੱਲਾ ਜਿਹੜਾ ਝੋਨਾ 121 ਦਾ ਉਹ ਸਾਰਾ ਹੀ ਖਤਮ ਆ ਜੀ। ਤੇ ਅਸੀਂ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਕਰਦੇ ਹਾਂ। ਇਹਦਾ ਕਿ ਜਿਹੜੀ ਪਿਛਲੇ ਦੌਰਾਨ ਸਵੇਰ ਸਮੇਂ ਦੌਰਾਨ ਜਿਹੜੀ ਮੌਸਮੀ ਤਬਦੀਲੀਆਂ ਨਾਲ ਸਾਡੇ ਜਿਹੜੀਆਂ ਫਸਲਾਂ ਜਿਹੜੀਆਂ ਨੇ ਉਹ ਲਗਾਤਾਰ ਜਿਹੜੇ ਇਫੈਕਟ ਹੋ ਰਹੀਆਂ ਨੇ। ਜੇਕਰ ਅਸੀਂ ਕਣਕ ਦੀ ਗੱਲ ਕਰੀਏ ਤਾਂ ਕਣਕ ਦੇ ਵਿੱਚ ਵੀ ਜਿਹੜਾ ਸਾਡਾ 4 ਤੋਂ ਲੈ ਕੇ 5 ਕੁਇੰਟਲ ਤੱਕ ਜਿਹੜਾ ਝਾੜ ਕੱਢਿਆ ਹੈ। ਉਸ ਤੋਂ ਬਾਅਦ ਮਾਵਾਂ ਦੇ ਵਿੱਚ ਪ੍ਰੋਬਲਮ ਆਈ, ਨੀਚੀ ਦੇ ਵਿੱਚ ਪ੍ਰੋਬਲਮ ਆਈ, ਤੇ ਇਸ ਵਾਰੀ ਜਿਹੜੀ ਆ ਸਾਡੀ ਝੋਨੇ ਦੇ ਉੱਤੇ ਜਿਹੜੀ ਆ ਇੱਕ 15 ਜੁਲਾਈ ਦੇ ਲੱਗ ਜਾ ਕੇ ਸਾਨੂੰ ਕੁਛ ਜਿਹੜੀਆਂ ਕਿਸਾਨਾਂ ਤੋਂ ਸੂਚਨਾ ਮਿਲੀ ਕਿ ਜਿਹੜੇ ਝੋਨੇ ਦੇ ਬੂਟੇ ਜਿਹੜੇ ਆ ਉਹ ਗਿੱਠੇ ਰਹਿ ਰਹੇ ਆ, ਡਵਾਰਫ ਹੋ ਗਿਆ। ਤੇ ਉਦੋਂ ਫਿਰ ਜਿਹੜੇ ਸਾਡੇ ਸੈਂਪਲ ਹੀ ਉਹਦੇ ਕਲੈਕਟ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਝੋਨਾ ਖੋਜ ਕੇਂਦਰ ਹੈਦਰਾਬਾਦ ਸਾਰੇ ਭੇਜੇ ਸੀ। ਤੇ ਜਿਹੜੇ ਖੋਜਕਾਰਾਂ ਵੱਲੋਂ ਜਿਹੜੀ ਸਾਇੰਟਿਸਟਾਂ ਵੱਲੋਂ ਜਿਹੜੀ ਇਹਦੀ ਪਤਾ ਲਗਾਇਆ ਗਿਆ ਕਿ ਇਹ ਪ੍ਰੋਬਲਮ ਕੀ ਹੈ ਤੇ ਕਿਹਦੇ ਕਾਰਨ ਹੋ ਰਹੀ ਹੈ। ਸੋ ਇਹ ਜਿਹੜੀ ਇੱਕ ਵਾਇਰਸ ਹੈ ਜਿਹੜੀ ਕਿ ਸਦਰਨ ਰਾਈਸ ਬਲੈਕ ਸਟੰਟਡ ਵਾਇਰਸ ਹੈ, ਜਿਹਦੇ ਨਾਲ ਕਿ ਇਹ ਜਿਹੜੀ ਸਾਰੀ ਪ੍ਰੋਬਲਮ ਆਈ ਆ। ਇਹਦੇ ਨਾਲ ਕੀ ਹੋਇਆ ਕਿ ਜਿਹੜੇ ਤੁਹਾਡੇ ਬੂਟੇ ਜਿਹੜੇ ਆ ਉਹ ਬਹੁਤ ਗਿੱਠੇ ਰਹਿ ਗਏ ਆ, ਤੇ ਉਹਦੀ ਜੜ੍ਹਾਂ ਨੇ ਉਹ ਵੀ ਜਿਹੜੀਆਂ ਨੇ ਲਗਭਗ ਕਮਜ਼ੋਰ ਬਹੁਤ ਪੈ ਗਈਆਂ ਨੇ। ਤੇ ਜਿਹੜੇ ਹੁਣ ਐਡਵਾਂਸ ਸਟੇਜ ਦੇ ਵਿੱਚ ਬੂਟੇ ਜਿਹੜੇ ਆ ਉਹ ਪੱਤੇ ਜਿਹੜੇ ਰੰਗ ਦਾ ਜਿਹੜਾ ਪੀਲਾ ਪੈ ਗਿਆ ਤੇ ਵਿੱਚ ਬਲੈਕ ਧਾਰੀਆਂ ਪੈ ਗਈਆਂ ਨੇ। ਸੋ ਇਹਦੇ ਵਿੱਚ ਕਿਸਾਨਾਂ ਦੇ ਵਿੱਚ ਕਾਫੀ ਜਿਹੜੀ ਆ ਨਿਰਾਸ਼ਾ ਪਾਈ ਜਾ ਰਹੀ ਸੀ। ਤੋਂ ਇਹਦੇ ਵਿੱਚ ਕਿਉਂਕਿ ਲਾਜ਼ਮੀ ਆ ਕਿ ਜਦੋਂ ਫਸਲ ਜਿਹੜੀ ਆ ਸਾਡੀ 6 ਮਹੀਨੇ ਦੀ ਫਸਲ ਹੁੰਦੀ ਹੈ, ਜਿਹਦੇ ਤੁਹਾਡਾ ਦਾਰਮਦਾਰ ਹੁੰਦਾ ਵਾ, ਤੇ ਜਦੋਂ ਕੋਈ ਵੀ ਇਹੋ ਜਿਹੀ ਸਮੱਸਿਆ ਆਉਂਦੀ ਆ ਤੇ ਨੈਚੁਰਲੀ ਕਿ ਫਾਰਮਰ ਦੇ ਵਿੱਚ ਜਿਹੜੀ ਆ ਉਹ ਪ੍ਰੋਬਲਮ ਆਏਗੀ। ਸੋ ਉਹਦੇ ਵਿੱਚ ਜਿਹੜੀਆਂ ਜਦੋਂ ਖੋਜ ਕਰਤਾ ਨੇ ਜਿਹੜੀਆਂ ਇਹ ਸਾਨੂੰ ਅਗਾਹ ਕੀਤਾ ਕਿ ਇਹਦੇ ਵਿੱਚ ਜਿਹੜੀਆਂ ਨੇ ਇੱਕ ਵਾਇਰਸ ਆ ਜਿਹਦੇ ਇਹ ਜ਼ਿੰਮੇਵਾਰ ਆ। ਪਰ ਵਾਇਰਸ, ਕਿਉਂਕਿ ਵਾਇਰਸ ਦਾ ਜਿਹੜਾ ਵਾ ਉਹ ਕੋਈ ਵੀ ਜਿਹੜਾ ਵਾ ਕੰਟਰੋਲ ਇਹਦੇ ਵਿੱਚ ਨਹੀਂ ਹੈਗਾ। ਸੋ ਇਹਨੂੰ ਇੱਕ ਵੈਕਟਰ ਆ ਜਿਹੜਾ ਕਿ ਵਾਈਟ ਬੈਕਡ ਪਲਾਂਟ ਹੋਪਰ ਆ, ਜਿਹੜਾ ਕਿ ਇੱਕ ਬੂਟੇ ਤੋਂ ਦੂਜੇ ਬੂਟੇ 'ਤੇ ਲਿਜਾਂਦਾ ਇਹਨੂੰ ਇਸ ਵਾਇਰਸ ਨੂੰ। ਸੋ ਉਸ ਨੂੰ ਕੰਟਰੋਲ ਕਰਨ ਵਾਸਤੇ 2-3 ਦਵਾਈਆਂ ਜਿਹੜੀਆਂ ਨੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਬਾਕੀ ਸਾਇੰਸਦਾਨਾਂ ਵੱਲੋਂ ਜਿਹੜੀ ਸਿਫਾਰਿਸ਼ ਕੀਤੀਆਂ ਗਈਆਂ ਨੇ। ਪਰ ਉਹਦੇ ਵਿੱਚ ਮੈਂ ਇਹ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਕੁਛ ਜਿਵੇਂ ਤਾਂ ਦੇਖਿਆ ਵਾ ਕਿ ਉਹ ਸਪਰੇਅ ਕਰਦੇ ਆ, ਪਰ ਉਹਦੇ ਵਿੱਚ ਜਿਹੜੀ
ਨੋਜ਼ਲ ਜਿਹੜੀ ਆ ਕੱਟ ਵਾਲੀ ਨੋਜ਼ਲ ਵਰਤ ਕੇ ਤੇ ਤਾਂ ਕਰਕੇ ਤੇ ਉਹਨੂੰ ਮਤਲਬ ਕਿ ਜਿਹੜੀ ਸਪਰੇਅ ਕਰ ਰਹੇ ਆ। ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੇ ਤੁਹਾਡੀ ਫਸਲ ਜਿਹੜੀ ਆ ਉਹ ਤੁਹਾਨੂੰ ਲੱਗਦਾ ਹੈ ਕਿ 80-90% ਜਿਹੜੀ ਖਰਾਬ ਹੋ ਗਈ ਆ, ਉੱਥੇ ਸਪਰੇਅ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੈਗਾ। ਜੇ ਕੋਈ 10-15% ਅਜੇ ਖਰਾਬ ਆ, ਬਾਕੀ ਠੀਕ ਆ, ਉੱਥੇ ਆਪਾਂ ਜਿਹੜੀਆਂ ਨੇ ਦਵਾਈਆਂ ਜਿਹੜੀਆਂ ਨੇ ਕੀਟਨਾਸ਼ਕ ਦਵਾਈਆਂ ਜਿਹੜੀਆਂ ਨੇ ਉਹ ਡਾਈਨੋਟਰੋਫਰੋਨ ਜਿਹੜੀ 80 ਗ੍ਰਾਮ ਤੇ ਪਾਈਮੈਟ੍ਰੋਜੋਨ ਜਿਹੜੀ ਆ 120 ਗ੍ਰਾਮ ਦਵਾਈ ਜਿਹੜੀ ਆ, ਇਹ ਦੋਵਾਂ 'ਚੋਂ ਕੋਈ ਇੱਕ ਜਿਹੜੀ ਸਸਤੀ ਤੁਹਾਨੂੰ ਜਿਹੜੀ ਮਤਲਬ ਕਿ ਚੰਗੀ ਮਿਲਦੀ ਆ ਉਹ ਲੈ ਕੇ ਤੇ ਆਪਾਂ ਇਹਨੂੰ 100 ਤੋਂ ਲੈ ਕੇ 150 ਲੀਟਰ ਪਾਣੀ ਵਿੱਚ ਘੋਲ ਕੇ ਤੇ ਫਿਰ ਆਪਾਂ ਗੋਲ ਨੋਜ਼ਲ ਦੇ ਨਾਲ ਮੁੱਢਾਂ ਵਾਲੇ ਪਾਸੇ ਇਹ ਜਿਹੜੀ ਰੁੱਖ ਕਰਨਾ ਵਾ, ਮੁੱਢਾਂ ਵਾਲਾ ਰੁੱਖ ਕਰਕੇ ਫਿਰ ਆਪਾਂ ਛਿੜਕਾਅ ਕਰਾਂਗੇ ਤਾਂ ਜਿਹੜਾ ਚਿੱਟਾ ਟਿੱਡਾ ਵਾ ਉਹ ਤਾਂ ਜੋ ਉਹ ਜਿਹੜੀ ਅਗਲੀ ਜਿਹੜੀ ਵਾਇਰਸ ਜਿਹੜਾ ਵਾ ਉਹ ਗਾਹ ਨਾ ਫਸਾਵੇ। ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿਉਂਕਿ ਅੱਜ ਵੀ ਇਹੀ ਦੇਖਿਆ ਕਿ ਸੁਖਾਲਗੜ੍ਹ ਦੇ ਵਿੱਚ ਇੱਕ ਕਿਸਾਨ ਸੁਰਜੀਤ ਸਿੰਘ ਨੇ ਜਿਹੜਾ ਵਾ ਉਹ 4 ਕਨਾਲ ਦਾ ਇੱਕ ਪਲਾਟ ਸੀ, ਜ਼ਿਆਦਾ ਪ੍ਰੋਬਲਮ ਵੱਧ ਗਈ ਸੀ ਤੇ ਉਹਨੇ ਮਤਲਬ ਕਿ ਵਿੱਚ ਅਪਲਾਉ ਕੀਤਾ ਵਾ ਤੇ ਉਹਨੂੰ ਵੀ ਉਹਦੇ 'ਚ ਇਹੀ ਕਿਹਾ, ਉਹਨੂੰ ਦੱਸਿਆ ਗਿਆ ਕਿ ਇਹਦੇ ਵਿੱਚ ਕੋਈ ਨਵੀਂ ਫਸਲ ਕੋਈ ਵੀ ਬਰਸਨ ਹੈ, ਚਾਹੇ ਤੋਰੀਆ ਵਾ, ਚਾਹੇ ਚਾਰੇ ਵਾਸਤੇ ਮੱਕੀ ਹੈ, ਕਿਉਂਕਿ ਜਿਹੜੀ ਤੁਹਾਡੀ ਕਣਕ ਦੀ ਬਿਜਾਈ ਤੋਂ ਜਿਹੜੀ ਫਸਲ ਵੱਢੀ ਜਾਵੇ ਤਾਂ ਜੋ ਜਿੰਨਾ ਕਿ ਨੁਕਸਾਨ ਹੋਇਆ ਉਹਨੂੰ ਆਪਾਂ ਘੱਟ ਸੇ ਘੱਟ ਕਰ ਸਕੀਏ। ਤੇ ਇਹਦੇ ਸੰਬੰਧੀ ਰਿਪੋਰਟ ਜਿਹੜੀ ਆ ਅਸੀਂ ਆਪਣੀ ਜਿਹੜੀ ਆ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਤੇ ਮਾਨਯੋਗ ਡਾਇਰੈਕਟਰ ਐਗਰੀਕਲਚਰ ਨੂੰ ਭੇਜ ਦਿੱਤੀ ਗਈ ਹੈ ਵੀ ਸਾਡੀ ਕਿੰਨੀ ਕੁ ਸੰਭਾਵਨਾ, ਕਿਉਂਕਿ ਸਾਡੇ ਜਿਹੜਾ ਲਗਭਗ 28,500 ਹੈਕਟੇਅਰ ਰਕਬੇ ਦੇ ਵਿੱਚ ਝੋਨਾ ਜਿਹੜੀ ਆ ਬੀਜੀ ਗਈ ਸਾਰੇ ਜ਼ਿਲ੍ਹੇ ਦੇ ਵਿੱਚ ਸਮੇਤ ਜਿਹੜੀ ਬਾਸਮਤੀ ਆ, ਤੇ ਉਹਦੇ ਵਿੱਚੋਂ ਤਕਰੀਬਨ ਜਿਹੜੀ ਆ ਇਸ ਵੇਲੇ ਜੋ ਸਰਵੇ ਕੀਤਾ ਕੋਈ 4500 ਹੈਕਟੇਅਰ ਰਕਬਾ ਵਾ ਉਹ ਪ੍ਰਭਾਵਿਤ ਜ਼ਿਆਦਾ ਵਾ। ਸੋ ਉਹਦੇ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਜਿਹੜੀ 5 ਤੋਂ ਲੈ ਕੇ 90 ਤੱਕ ਵੀ ਜਿਹੜੀ ਆ ਉਹ ਹੈਗੀ ਆ, ਕਿਉਂਕਿ ਘੱਟ ਤੋਂ ਘੱਟ 5% ਆਪਾਂ ਲਾ ਲੈਂਦੇ ਆ ਤੇ ਵੱਧ ਤੋਂ ਵੱਧ 90 ਤੱਕ ਵੀ ਉਹਦੀ ਜਿਹੜੀ ਆ ਸੰਭਾਵਨਾ ਹੈਗੀ ਆ। ਸੋ ਇਹਦੇ ਸੰਬੰਧੀ ਜਿਹੜੀ ਰਿਪੋਰਟ ਜਿਹੜੀ ਆ ਉਹ ਮਾਨਯੋਗ ਡਿਪਟੀ ਕਮਿਸ਼ਨਰ ਤੇ ਡਾਇਰੈਕਟਰ ਐਗਰੀਕਲਚਰ ਜੀ ਨੂੰ ਭੇਜ ਦਿੱਤੀ ਗਈ ਆ। ਜੋ ਵੀ ਉਹਦੀ ਕਾਰਵਾਈ ਹੋਏਗੀ ਉਹ ਫਿਰ ਜਿਹੜੀ ਕਿਸਾਨਾਂ ਨੂੰ ਜਿਹੜੀ ਆਗਾਹ ਕਰਦਾ ਜਾਵੇਗਾ। ਬਹੁਤ ਬਹੁਤ ਧੰਨਵਾਦ।